ਅੱਜ ਆਪਾਂ ਸਪੈਸ਼ਲ ਟ੍ਰਿਬਿਊਟ ਪੇਸ਼ ਕਰ ਰਹੇ ਹਾਂ ਉਸਤਾਦ ਬਲਦੇਵ ਨਿਰੰਗ ਸਾਹਿਬ ਨੂੰ। ਬਹੁਤ ਅਫਸੋਸ ਭਰਿਆ ਦਿਨ ਹੈ ਆ ਜਿਹੜੇ 3-4 ਦਿਨ ਲੰਘੇ ਜ਼ਿੰਦਗੀ 'ਚ, ਬਹੁਤ ਉਦਾਸ ਲੰਘੇ। ਗੱਲ ਆਪਾਂ ਕਰ ਰਹੇ ਹਾਂ ਉਸਤਾਦ ਬਲਦੇਵ ਨਿਰੰਗ ਜੀ ਉਹਨਾਂ ਦੇ। ਓਕੇ, ਹੈਲੋ ਜੀ, ਸਵਾਗਤ ਹੈ ਤੁਹਾਡਾ। ਹੈਲੋ ਹੈਲੋ, ਹਾਂਜੀ ਕੌਣ? मेरा नाम निकल आफ्ताब है जी। अच्छा, हाँ जी हाँ जी, की कहना चाहोगे जी? कौन कौन बोल रहे हैं? हाँ जी की कहना? हाँ जी, हेलो हेलो, हाँ जी हाँ जी गल करो। तुसी कौन बोल रहे हैं? मैं धर्मचंद मेहे बोल रहा। सॉरी, आवाज नहीं मैं पछाणी। मेरा नाम निकल आफ्ताब है। हाँ जी आफ्ताब जी, वाह वाह, बहुत बहुत स्वागत थोड़ा। अज आप प्रोग्राम कर रहे हैं उस्ताद जी की। बिल्कुल, सब तो पहला तो मैं कहना चाहना कि तुहाडा मैं बहुत शुक्रगुजार हाँ कि हेलो। हाँ जी सुन रहे हैं। तुसी टेलीविजन बंद कर लो, ਅਸੀਂ सुन रहे हैं। अच्छा, मैं तुहाडा बहुत शुक्रगुजार हाँ कि तुसी उन्हां दा प्रोग्राम अज उन्हां दी याद च प्रोग्राम रखिया ते गॉड ब्लैस यू। उस्ताद जी तक क्या बात है उन्होंने, मैं बयान नहीं कर सकता। और मेरे ब्रदर हुणे ही मैं सुनिया थोड़ा जहा अपने छिंदा जी, हाँ जी, और मेरे छोटे ब्रदर आ छिंदा जी, और बहुत अच्छी उन्होंने जो कुछ किया मेरे को तो आई एम स्पीचलेस, तो मैं कुछ नहीं कह सकता। सो मैं तुहाडा जो मैनू हुक्म दिता सी मैं आया हाँ। थैंक यू वेरी मच। नहीं थोड़ा बहुत बहुत धन्यवाद। कोई ਆਪਾਂ ਨੂੰ देखो ਉਹ ਚਲ ਗਿਆ, ਆਪਾਂ ਨੂੰ ਬਰਦਾਸ਼ਤ ਕਰਨਾ ਪੈਣਾ। ਇਮੋਸ਼ਨਲ ਆਪਾਂ ਨਾ ਹੋਈਏ ਤਾਂ ਵਧੀਆ ਗੱਲ ਆ। ਇਹ ਸੀ ਆਪਣੇ ਸਾਡੇ ਛੋਟੇ ਵੀਰ ਨਿਕਲਸਨ ਆਫਤਾਬ ਬੈਡਫੋਰਡ ਤੋਂ। ਇਹਨਾਂ ਦੇ ਬਹੁਤ ਕਲੋਜ਼ ਸੀ, ਉਹ ਇਹਨਾਂ ਦੇ ਕੋਲੇ ਆਉਂਦੇ ਸੀਗੇ। ਇਹ ਉਹਨਾਂ ਦੇ ਸ਼ਾਗਿਰਦ ਵੀ ਹਨ। ਔਰ ਜੇ ਕਿਸੇ ਨੇ ਆਵਾਜ਼ ਨਹੀਂ ਪਛਾਣੀ ਤਾਂ ਜਿਨ੍ਹਾਂ ਨੇ ਨਿਰੰਗ ਸਾਹਿਬ ਨੂੰ ਦੇਖਿਆ ਤੇ ਇਹ ਉਹਨਾਂ ਦੀ ਨਾਲ ਸੰਗਤ ਕਰਦੇ ਹੁੰਦੇ ਸੀ ਹਾਰਮੋਨੀਅਮ ਤੇ। ਅੱਛਾ, ਤੇ ਨਾਲ ਗਾਉਂਦੇ ਵੀ ਸੀਗੇ। ਇਹਨਾਂ ਦਾ ਬਹੁਤ ਪਿਆਰ ਸੀ। ਮੇਰੀ ਇਹਨਾਂ ਨਾਲ ਕੱਲ੍ਹ ਵੀ ਗੱਲ ਹੋਈ, ਕੱਲ੍ਹ ਵੀ ਕਾਫੀ ਇਹ ਇਮੋਸ਼ਨਲ ਹੋ ਗਏ ਸੀਗੇ। ਅੱਜ ਵੀ ਉਹਨੇ ਫੋਨ ਕੀਤਾ ਤੇ ਉਹ ਜਿੱਦਣ ਦੇ ਨਿਰੰਗ ਸਾਹਿਬ ਦੁਨੀਆ ਤੋਂ ਗਏ ਆ, ਇਹ ਤਕਰੀਬਨ ਅਸੀਂ ਡੇਲੀ ਜਿਹੜੇ ਬੰਦੇ ਜਿੰਨੇ ਵੀ ਅਸੀਂ ਹੈਗੇ ਆਪਸ ਵਿੱਚ ਨਿਰੰਗ ਸਾਹਿਬ ਦੇ ਨੂੰ ਚਾਹੁਣ ਵਾਲੇ ਗੱਲਾਂ ਬਾਤਾਂ ਸਾਰੇ ਆਪਸ ਵਿੱਚ ਕਰਦੇ ਰਹੇ ਹਾਂ। ਆਪਣੇ ਆਪ ਦਾ ਵੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਆਪਣਾ ਖਿਆਲ ਰੱਖੋ। ਜਿਹੜੀਆਂ ਇਹ ਚੀਜ਼ਾਂ ਹੋ ਜਾਂਦੀਆਂ ਤੇ ਆਪਣੇ ਬਸ ਵਿੱਚ ਹੈ ਨਹੀਂ ਕੁਛ ਵੀ। ਅੱਛਾ, ਉਸ ਗੱਲਾਂ ਤਾਂ ਬਹੁਤ ਕਰਨ ਵਾਲੀਆਂ। ਉਸਤਾਦ ਜੀ ਨੇ ਗਾਉਣਾ ਆਪਣੇ ਡੈਡੀ ਪੰਡਤ ਕੇਸਰ ਚੰਦ ਜੀ ਹੋਣਾ ਕੋਲੋਂ ਸਿੱਖਿਆ ਬਚਪਨ 'ਚ, ਤੇ ਉਦੋਂ ਬਾਅਦ ਵਿੱਚ ਉਹਨਾਂ ਨੇ ਹੋਰ ਉਸਤਾਦਾਂ ਕੋਲੋਂ ਵੀ शिक्षा ली, जिन्हें कि हुसन लाल ਅਤੇ उस्ताद करम सिंह जी चक्रवर्ती, डॉक्टर SL मिश्रा ਅਤੇ पंडित KS जसरा ਕੋਲ ਉਹਨਾਂ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ। ਉਹਨਾਂ ਦਾ ਘਰਾਣਾ ਸੀਗਾ ਸ਼ਾਮ 84 ਘਰਾਣੇ ਦੇ ਉਹ ਗਾਇਕ ਸਨ। ਜਿੱਦਾਂ ਸੁਖਜਿੰਦਰ ਸ਼ਿੰਦਾ ਜੀ ਪਹਿਲਾਂ ਦੱਸ ਕੇ ਗਏ ਆ ਕਿ ਜਿਹੜੀ ਉਹਨਾਂ ਦੀ ਸੀਗੀ ਆਦਤ ਡਾਊਨ ਟੂ ਅਰਥ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਣੀ ਉਹਨੇ ਹਰ ਗੱਲ ਜਿਹੜੀ ਕਰਨੀ ਉਹ ਬੜੀ ਭਾਵੇਂ ਸਧਾਰਨ ਵੀ ਕਰਨ, ਉਹ ਗੱਲ 'ਤੇ ਬਹੁਤ ਮੀਨਿੰਗ ਹੁੰਦਾ ਸੀ। ਹਾਂਜੀ ਹੈਲੋ, ਸਵਾਗਤ ਹੈ ਤੁਹਾਡਾ ਜੀ। ਹੈਲੋ ਹਾਂਜੀ, ਨਮਸਕਾਰ ਜੀ ਮਹੇ ਸਾਹਿਬ। ਨਮਸਕਾਰ ਜੀ, ਕੌਣ ਬੋਲ ਰਹੇ ਜੀ? ਮੈਂ ਗੁਰਦਿਆਲ ਮਹੇ ਬੋਲ ਰਿਹਾ ਜੀ। ਹਾਂਜੀ ਗੁਰਦਿਆਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਗੁਰਦਿਆਲ ਜੀ, ਤੁਹਾਡਾ ਸਵਾਗਤ ਹੈ। ਤੁਹਾਡਾ ਵੀ ਬਹੁਤ ਉਹਨਾਂ ਨਾਲ ਕਲੋਜ਼ ਸੰਬੰਧ ਰਿਹਾ ਤਾਂ ਕੀ ਕਹਿਣਾ ਚਾਹੁੰਦੇ ਗੁਰੂ ਜੀ ਦੇ ਬਾਰੇ 'ਚ? ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਤੇ ਸਾਰੇ ਕਾਂਚੀ ਟੈਲੀਵਿਜ਼ਨ ਦੇ ਸਰੋਤਿਆਂ ਨੂੰ ਜਿਹੜੇ ਕਿ ਇਸ ਟਾਈਮ ਤੇ ਗੁਰੂ ਜੀ ਦੀ ਸ਼ਰਧਾਂਜਲੀ ਦਾ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੈ ਗੁਰੂਦੇਵ, ਧੰਨ ਗੁਰੂਦੇਵ। ਜੈ ਗੁਰੂਦੇਵ ਜੀ। ਉਸ ਤੋਂ ਅੱਗੇ ਚੱਲੀਏ, ਜਿਹੜਾ ਮਿਊਜ਼ਿਕ ਕਲਾਸੀਕਲ ਮਿਊਜ਼ਿਕ ਆ ਜਾਂ ਪੰਜਾਬੀ ਮਿਊਜ਼ਿਕ ਆ, ਬਾਹਲਾ ਟਾਈਮ ਨਹੀਂ ਹੋਇਆ ਆਪਣੇ ਉਸਤਾਦ ਜੀ ਸਾਬਰਕੋਟੀ ਸਾਹਿਬ ਪੂਰੇ ਹੋ ਗਏ। ਤੁਹਾਨੂੰ ਪਤਾ ਕਿ ਆਪਣਾ ਉਹਨਾਂ ਨਾਲ ਬੜਾ ਪਿਆਰ ਸੀ। ਇੱਥੇ ਆਉਂਦੇ ਸੀ
ਉਸ ਤੋਂ ਬਾਅਦ ਪਿਛਲੇ ਸਾਲ ਪ੍ਰੋਫੈਸਰ ਉਸਤਾਦ ਨਿਰਮਲ ਸਿੰਘ ਜੀ ਖਾਲਸਾ ਉਹ ਚਲਾਣਾ ਕਰ ਗਏ। ਹਾਂਜੀ। ਤੇ ਇਸੇ ਤਰ੍ਹਾਂ ਹੀ ਆਪਾਂ ਚਲੀਏ ਤਾਂ ਪਿਛਲੇ ਹਫਤੇ 23 ਤਰੀਕ ਨੂੰ ਆਪਣੇ ਫਰਵਰੀ ਦੇ ਸਰਦੂਰ ਸਿਕੰਦਰ ਜੀ ਉਹ ਵੀ ਉਸਤਾਦ ਲੋਕ ਸਨ, ਉਹ ਚਲੇ ਗਏ। ਤੇ ਹੁਣ ਆਪਣੇ 2 ਤਰੀਕ ਨੂੰ ਬਹੁਤ ਹੀ ਸੰਗੀਤ ਦੇ ਗੁਣੀ ਵਿਦਵਾਨ ਪ੍ਰੋਫੈਸਰ ਉਸਤਾਦ ਬਲਦੇਵ ਸ਼ਰਨ ਰੰਗ ਜੀ, ਜਿਹੜੇ ਕਿ ਆਪਾਂ ਨੂੰ ਸਾਰਿਆਂ ਨੂੰ ਸਦਾ ਵਾਸਤੇ ਛੱਡ ਗਏ। ਤੇ ਅਸੀਂ ਉਹਨਾਂ ਦੀ ਜਿਹੜਾ ਤੁਸੀਂ ਅੱਜ ਦਾ ਪ੍ਰੋਗਰਾਮ ਰੱਖਿਆ, ਬਹੁਤ ਹੀ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੇ ਅੱਛੇ ਫਨਕਾਰਾਂ ਨੂੰ, ਅੱਛੇ ਕਲਾਕਾਰਾਂ ਨੂੰ, ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ। ਜਿੱਥੇ ਤੁਸੀਂ ਕਾਂਸ਼ੀ ਟੈਲੀਵਿਜ਼ਨ ਨੂੰ ਸ਼ਰਧਾਂਜਲੀ ਦੇ ਰਹੇ ਹੋ, ਉਸੇ ਤਰ੍ਹਾਂ ਮੈਂ ਵੀ ਦਿਲ 'ਚ ਆਇਆ ਕਿ ਤੁਹਾਡੀ ਸ਼ਰਧਾਂਜਲੀ ਦਿੰਦਿਆਂ ਮੈਂ ਵੀ ਤੁਹਾਡੇ ਨਾਲ ਸ਼ਰੀਕ ਹੋ ਸਕਾਂ। ਤੇ ਬਾਕੀ ਮੈਨੂੰ ਪਤਾ ਕਿ ਕਾਫੀ ਬਿਜ਼ੀ ਲਾਈਨਾਂ ਹੈਗੀਆਂ ਨੇ, ਤੇ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਕਿ ਪਤਾ ਨਹੀਂ ਕਿ ਜਿਸ ਤਰ੍ਹਾਂ ਕਹਿੰਦੇ ਕਿ ਜਦੋਂ ਕਿਸੇ ਨੂੰ ਕਹਿੰਦੇ ਕਿ ਇਸ ਦਾ ਕੰਮ ਨਾ ਬਣਿਆ ਜਾਂ ਕੰਮ ਖਰਾਬ ਹੈ, ਕਹਿੰਦੇ ਇਹਨੂੰ ਕਿਸੇ ਦੀ ਨਜ਼ਰ ਲੱਗ ਗਈ। ਆਪਾਂ ਆਮ ਪੰਜਾਬੀ 'ਚ ਕਹਿੰਦੇ ਵੀ ਇਹਨੂੰ ਕਿਸੇ ਦੀ ਨਜ਼ਰ ਲੱਗ ਗਈ। ਤੇ ਇਸੇ ਤਰ੍ਹਾਂ ਹੀ ਮੈਂ ਸਮਝਦਾ ਕਿ ਸੰਗੀਤ ਜਗਤ ਨੂੰ ਕਿਸੇ ਦੀ ਨਜ਼ਰ ਲੱਗ ਗਈ। ਜਿਹੜੇ ਅੱਛੇ ਵਿਦਵਾਨ ਲੋਕ, ਹਜ਼ਾਰਾਂ ਹੀ ਸੰਗੀਤਕਾਰ ਦੁਨੀਆ ਤੇ ਪੈਦਾ ਹੁੰਦੇ ਆ, ਹਜ਼ਾਰਾਂ ਹੀ ਆਉਂਦੇ ਆ, ਹਜ਼ਾਰਾਂ ਹੀ ਜਾਂਦੇ ਆ, ਪਰ ਇਹ ਜਿਹੜੇ 4 ਕਲਾਕਾਰ ਰੀਸੈਂਟਲੀ ਗਏ ਆ, ਸਾਡੇ ਤੋਂ ਪਿਛੜ ਗਏ ਆ, ਇਹ ਬਹੁਤ ਹੀ ਮਹਾਨ ਰੂਹਾਂ ਸੀ, ਬਹੁਤ ਹੀ ਵੱਡੇ ਸੰਗੀਤਕਾਰ ਸੀ। ਔਰ ਸਭ ਤੋਂ ਵੱਡੇ ਬਹੁਤ ਧੰਨਵਾਦ। ਮੈਂ ਸੌਰੀ ਕਿ ਆਪਾਂ ਗੱਲ ਲੰਬੀ ਨਹੀਂ ਮੈਂ ਕਰ ਸਕਦਾ, ਕਿਉਂਕਿ ਹੋਰ ਕਾਲਾਂ ਕਾਫੀ ਪਿੱਛੇ ਵੇਟ ਕਰ ਰਹੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਗੁਰਦਿਆਲ ਮਹੇਸ਼ ਜੀ, ਜਿਨ੍ਹਾਂ ਦੀ ਬਦੌਲਤ ਨਿਰੰਗ ਸਾਹਿਬ ਦੇ ਮੈਂ ਕਲੋਜ਼ ਹੋਇਆ। ਤੇ ਇਹ ਖੁਦ ਵੀ ਬਹੁਤ ਸੰਗੀਤ ਦੇ ਮਾਹਰ ਹਨ, ਔਰ ਇਹਨਾਂ ਨੇ ਉਸਤਾਦੀ ਸ਼ਾਗਿਰਦੀ ਕੀਤੀ ਸੀ ਨਿਰੰਗ ਸਾਹਿਬ ਦੇ ਨਾਲ। ਮੈਂ ਸੌਰੀ ਹਾਂ ਜੇ ਅਗਰ ਕਿਸੇ ਦੀ ਮੈਂ ਲਾਈਨ ਨੂੰ ਥੋੜਾ ਸ਼ੋਰਟ ਕਰਾਂ, ਕਿਉਂਕਿ ਆਪਣੇ ਕੋਲ ਜਿਹੜੇ 20-25 ਮਿੰਟ ਰਹਿ ਗਏ। ਠੀਕ ਹੈ ਜੀ। ਸਾਡੀ ਗੱਲ ਨਾ ਵੀ ਹੋਵੇ ਕੋਈ ਗੱਲ ਨਹੀਂ, ਸਾਰੇ ਕੋਲੋਂ ਸਾਰਿਆਂ ਨੂੰ ਬੜਾ ਮੁਹੱਬਤ ਆ। ਹਾਂਜੀ। ਤੇ ਹਾਂਜੀ, ਜੇ ਹੋਰ ਕਾਲ ਰਹਿ ਦਿਓ ਜੀ। ਹੈਲੋ, ਹਾਂਜੀ ਲਿਓ ਜੀ। ਹਾਂਜੀ, ਹੈਲੋ ਜੀ। ਹਾਂਜੀ, ਕਰੋ ਗੱਲ। ਵੈਲਕਮ ਜੀ। ਹਾਂਜੀ, ਸ਼ੋਰ ਚ ਤੁਸੀਂ ਆਪਣਾ ਮੈਸੇਜ ਦਿਓ ਜੀ। ਹਾਂਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਕੌਣ ਤੇ ਕਿੱਥੋਂ ਬੋਲਦੇ ਜੀ? ਮੈਂ ਮਨੋਹਰ ਬਿਰਦੀ ਬੋਲਦਾ ਜੀ। ਹਾਂਜੀ ਮਨੋਹਰ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਮੈਂ ਪ੍ਰੋਫੈਸਰ ਨਿਰੰਗ ਸਾਹਿਬ ਨੂੰ ਬਹੁਤ ਸ਼ਰਧਾਂਜਲੀ ਦੇਣਾ ਚਾਹੁੰਦਾ। ਆਪਣੇ ਸੰਗੀਤ ਦੇ ਬਹੁਤ ਮਹਾਨ ਪ੍ਰੋਫੈਸਰ ਸੀਗੇ ਉਹ। ਜਿਸ ਟਾਈਮ ਮੈਨੂੰ ਵੀ ਉਹਨਾਂ ਦੇ ਉਸ ਵੇਲੇ ਮੇਰਾ ਡਿਪਾਰਟਮੈਂਟ ਤਾਂ ਚਲੋ ਮਿਊਜ਼ਿਕ ਨਹੀਂ ਸੀ, ਪਰ ਮੈਂ ਕਾਲਜ ਉਸ ਵੇਲੇ 75 ਤੋਂ ਲੈ ਕੇ 80 ਤੱਕ DAV ਕਾਲਜ ਦਾ ਸਟੂਡੈਂਟ ਰਿਹਾ। ਉਹਨਾਂ ਨੂੰ ਬਹੁਤ ਮਿਲਦਾ ਸੀਗਾ, ਬਹੁਤ ਮਹਾਨ ਸ਼ਖਸੀਅਤ ਸੀ, ਔਰ ਅੱਜ ਦੇ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ। ਪਰ ਇੱਕ ਹੋਰ ਮੈਂ ਦੱਸਣਾ ਚਾਹੁੰਦਾ, ਉਹਨਾਂ ਟਾਈਮਾਂ 75 ਤੋਂ ਬਾਅਦ ਮਹੇਸ਼ ਸਾਹਿਬ, ਜਿਹੜਾ ਤੁਹਾਨੂੰ ਪਤਾ ਹੋਣਾ ਵੀ ਸੰਗੀਤ ਦਾ, ਕਲਾਸੀਕਲ ਮਿਊਜ਼ਿਕ ਦਾ ਜਲੰਧਰ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸੰਗੀਤ ਸੰਮੇਲਨ ਲੱਗਦਾ, ਹਰਬਲਬ ਸੰਗੀਤ ਸੰਮੇਲਨ। ਬਿਲਕੁਲ। ਹਰਬਲਬ ਬੜੇ ਜਿਹੜੇ ਸੀਨੀਅਰ ਆਰਟਿਸਟ ਉੱਥੇ ਕਲਾਕਾਰ ਆਉਂਦੇ ਹੁੰਦੇ ਸੀ। ਪ੍ਰੋਫੈਸਰ ਸਾਹਿਬ ਦੇ ਟਾਈਮ ਤੇ ਜਿਹੜੇ DAV ਕਾਲਜ ਦੇ ਸਟੂਡੈਂਟ ਹੁੰਦੇ ਸੀ ਨਾ, ਯੰਗ, ਉਹਨਾਂ ਨੇ ਪਾਰਟੀਸਪੇਟ ਉਸ ਹਰਬਲਬ ਸੰਗੀਤ ਵਿੱਚ ਪਹਿਲੀ ਵਾਰੀ ਪਾਰਟੀਸਪੇਟ ਕਰਨਾ ਸ਼ੁਰੂ ਕੀਤਾ, ਇਹਨਾਂ ਦੀ ਗਾਈਡੈਂਸ ਦੇ ਅੰਦਰ ਤਾਂ ਕਿ ਜਿਹੜੇ ਯੰਗਸਟਰ ਹੈਗੇ ਉਹਨੂੰ ਵੀ ਕਲਾਸੀਕਲ ਦਾ ਜਿਹੜੀ ਟ੍ਰੇਨਿੰਗ ਵਧੀਆ ਮਿਲੇ। ਤਾਂ ਪ੍ਰੋਫੈਸਰ ਸਾਹਿਬ ਦਾ ਬਹੁਤ ਸੰਗੀਤ ਨੂੰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈਗੇ ਆ। ਮੈਨੂੰ ਬਹੁਤ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ। ਇੰਗਲੈਂਡ ਵੀ ਆਏ ਸੀ, ਮਹੇਸ਼ ਸਾਹਿਬ ਦੇ ਕੋਲ ਗੁਰਦਿਆਲ ਮਹੇਸ਼ ਜੀ ਕੋ ਆਏ ਸੀਗੇ, ਤੇ ਇੱਥੇ ਵੀ ਮਿਲਣ ਦਾ ਮੌਕਾ ਮਿਲਿਆ। ਤਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਸ਼ਰਧਾਂਜਲੀ ਦਿੰਦਾ। ਟਾਈਮ ਦੇਣ ਲਈ ਇੱਕ ਵਾਰੀ ਫੇਰ ਆਪ ਸਾਰਿਆਂ ਦਾ ਧੰਨਵਾਦ। ਥੈਂਕ ਯੂ। ਬਹੁਤ ਬਹੁਤ ਮਿਹਰਬਾਨੀ ਆਪਣੇ ਵਰਦੀ ਸਾਹਿਬ। ਤੇ ਹਾਂਜੀ, ਆਪਾਂ ਨਾ ਥੋੜਾ ਸਾਰਾ ਟੇਸਟ ਆਪਾਂ ਸੰਗੀਤ ਦਾ ਵੀ ਲੈਂਦੇ ਹਾਂ, ਲੇਕਿਨ ਗੱਲਾਂ ਬਹੁਤ ਜ਼ਰੂਰੀ ਆ। ਹਾਂਜੀ, ਲਾਈਵ ਕਾਲ। ਹੈਲੋ ਜੀ, ਸਵਾਗਤ ਹੈ ਤੁਹਾਡਾ। ਕੌਣ ਤੇ ਕਿੱਥੋਂ ਬੋਲਦੇ ਜੀ? ਹੈਲੋ, ਹਾਂਜੀ ਧਰਮਚੰਦ ਜੀ, ਮੈਂ ਬਰਵਿੰਦਰ ਸਫਰੀ ਬੋਲ ਰਿਹਾ। ਸਫਰੀ ਸੀ, ਸਤਿ ਸ੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਅੱਜ? ਬਹੁਤ ਅਫਸੋਸ ਭਰਿਆ ਦਿਨ ਅੱਜ ਜੀ। ਹਾਂਜੀ, ਅਫਸੋਸ ਭਰਿਆ ਦਿਨ ਤਾਂ ਹੈ ਹੀ।
ਤੇ ਬਹੁਤ ਬਹੁਤ ਜ਼ਿਆਦਾ ਅਫਸੋਸ ਆ, ਬਹੁਤ ਜ਼ਿਆਦਾ ਅਫਸੋਸ ਉਸਤਾਦ ਜੀ ਦੇ ਜਾਣ ਦਾ, ਕਿਉਂਕਿ ਉਹਨਾਂ ਦੀ ਜਿਹੜੀ ਵਿਦਾਇਗੀ ਆ ਇਸ ਜਗਤ ਤੋਂ, ਉਹ ਸੰਗੀਤ ਜਗਤ ਦੇ ਲਈ, ਕਲਾਸੀਕਲ ਸੰਗੀਤ ਜਗਤ ਦੇ ਲਈ ਬਹੁਤ ਵੱਡਾ ਘਾਟਾ। ਔਰ ਪੰਜਾਬ ਦੇ ਵਿੱਚ ਇਹ ਨਾਰੰਗ ਸਾਹਿਬ ਇੱਕ ਕਲਾਸੀਕਲ ਗਾਇਕੀ ਦੇ ਥੰਮ ਸੀਗੇ, ਉਸਤਾਦ ਸੀਗੇ, ਜਿਹੜੇ ਕਲਾਸੀਕਲ ਸੰਗੀਤ ਨੂੰ ਜਿਹੜਾ ਪੂਰਾ ਇਨਸਾਫ ਕਰਦੇ ਸੀ ਤੇ ਹਾਲੇ ਤੱਕ ਉਹਨਾਂ ਨੇ ਬਰਕਰਾਰ ਰੱਖਿਆ ਸੀ ਇਸ ਗਾਇਕੀ ਨੂੰ, ਕਲਾਸੀਕਲ ਸੰਗੀਤ ਨੂੰ। ਤੇ ਬਹੁਤ ਅਫਸੋਸ ਹੈ ਮੇਰੇ ਵੱਲੋਂ ਉਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਸਾਡੀ ਹਮਦਰਦੀ ਆ, ਪਰ ਬਹੁਤ ਬਹੁਤ ਅਫਸੋਸ। ਮੈਂ ਸਾਰੇ ਸੰਗੀਤ ਜਗਤ ਦੇ ਜਿੰਨੇ ਵੀ ਕਲਾਸੀਕਲ ਸੰਗੀਤ ਨੂੰ ਜਾਂ ਸਾਡੇ ਕਲਾਸੀਕਲ ਜਿਹੜੇ ਵੀ ਗਾਉਣ ਵਾਲੇ ਨੇ ਔਰ ਜਾਂ ਸਮਝਣ ਵਾਲੇ ਨੇ ਜਾਂ ਸੁਣਨ ਵਾਲੇ ਨੇ, ਉਹਨਾਂ ਸਾਰਿਆਂ ਦੇ ਲਈ ਮੇਰਾ ਬਹੁਤ ਜ਼ਿਆਦਾ ਅਫਸੋਸ ਆ। ਸਫਰੀ ਸਾਹਿਬ, ਤੁਸੀਂ ਨਾਰੰਗ ਸਾਹਿਬ ਦੇ ਬਹੁਤ ਕਲੋਜ਼ ਸੀਗੇ, ਬਹੁਤ ਤੁਹਾਨੂੰ ਮੁਹੱਬਤ ਕਰਦੇ ਸੀ ਉਹ, ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਉਹਨਾਂ ਦੇ ਜਾਣ ਤੋਂ ਬਾਅਦ 'ਚ? ਹਾਂਜੀ, ਮੈਂ ਜਿਵੇਂ ਦੱਸਿਆ ਕਿ ਬਹੁਤ ਜ਼ਿਆਦਾ ਅਫਸੋਸ ਹੈ, ਕਿਉਂਕਿ ਅਸੀਂ ਜਦੋਂ ਵੀ ਇੱਥੇ ਇੰਗਲੈਂਡ ਆਉਂਦੇ ਸੀਗੇ ਤੇ ਅਸੀਂ ਬੜੇ ਪਿਆਰ ਨਾਲ ਉਹਨਾਂ ਨੇ ਮਹਿਫਲਾਂ ਵੀ ਕਰਵਾਈ ਦੀਆਂ ਸੀ, ਘਰ ਵੀ ਬੁਲਾਈ। ਮੈਂ ਘਰ ਉਹਨਾਂ ਦੀਆਂ 5-6 ਮਹਿਫਲਾਂ ਮੈਂ ਆਪ ਹੀ ਕਰਵਾ ਚੁੱਕਾ। ਸਾਰੇ ਮਹਿਫਲ ਦੇ ਵਿੱਚ ਸਾਰੇ ਆਪਣੇ ਸੱਜਣ ਮਿੱਤਰ ਬੁਲਾ ਕੇ ਫਿਰ ਖਾਣ ਪੀਣ ਦਾ ਵੀ ਇੰਤਜ਼ਾਮ ਕਰਨਾ। ਔਰ ਬਹੁਤ ਇੱਕ ਘਰ ਵਰਗਾ ਮਾਹੌਲ ਹੁੰਦਾ ਸੀ। ਉਹ ਬਹੁਤ ਪਿਆਰ ਕਰਦੇ ਸੀ ਮੈਨੂੰ, ਔਰ ਉਹ ਆਪਣੇ ਜਿੰਨੇ ਵੀ ਸੰਗੀਤ ਨਾਲ ਜੁੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਸਾਰਿਆਂ ਨੂੰ ਪਿਆਰ ਕਰਦੇ ਸੀ। ਬਿਲਕੁਲ ਬਿਲਕੁਲ। ਤੇ ਇਹ ਉਹਨਾਂ ਦਾ ਜਿਹੜਾ ਜਾਣਾ ਹੈ ਨਾ ਇਸ ਦੁਨੀਆ ਤੋਂ, ਉਹ ਅਸੀਂ ਬਹੁਤ ਮਹਿਸੂਸ ਕਰਾਂਗੇ ਕਿ ਉਹ ਹੁਣ ਮੁੜ ਕੇ ਇੰਗਲੈਂਡ ਦੇ ਵਿੱਚ ਉਹ ਕਦੀ ਵੀ ਨਹੀਂ ਆ ਸਕਦੇ। ਤੇ ਸਾਨੂੰ ਉਹਨਾਂ ਦੀ ਜਿਹੜੀ ਸੰਗੀਤ ਲਾਸਿਆ ਸਾਡੇ ਕੰਨਾਂ ਵਿੱਚ ਜੋ ਘੁਲਦਾ ਸੀਗਾ, ਉਹ ਕਦੀ ਵੀ ਨਹੀਂ ਹੋਏਗਾ। ਹੁਣ ਉਹ ਟਾਈਮ ਕਦੀ ਨਹੀਂ ਮੁੜ ਕੇ ਆਉਣਾ। ਜਦੋਂ ਵੀ ਕਲਾਸੀਕਲ ਸੰਗੀਤ ਦੀ ਗੱਲ ਚੱਲੇਗੀ ਤਾਂ ਪ੍ਰੋਫੈਸਰ ਉਸਤਾਦ ਨਾਰੰਗ ਸਾਹਿਬ ਹਮੇਸ਼ਾ ਯਾਦ ਆਉਣਗੇ। ਬਿਲਕੁਲ ਬਿਲਕੁਲ। ਜਦੋਂ ਵੀ ਕਿਤੇ ਕਲਾਸੀਕਲ, ਜਦੋਂ ਵੀ ਕਿਤੇ ਵੀ ਦੁਨੀਆ 'ਚ ਕਿਤੇ ਵੀ ਭਾਰਤੀ ਕਲਾਸੀਕਲ ਦੀ ਗੱਲ ਚੱਲੀ ਤਾਂ ਉਹਨਾਂ ਦਾ ਜ਼ਿਕਰ ਜ਼ਰੂਰ ਹੋਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਸਫਰੀ ਸਾਹਿਬ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਫਰੀ ਸਾਹਿਬ। ਹਾਂਜੀ ਟੈਕਨੀਸ਼ੀਅਨ ਜੀ। दोस्तों, आज मन बहुत उदास है। वो चेहरा, उनके माथे का वो नूर, उनके चेहरे पे संगीत की वो तड़प, उनका व्यक्तित्व, उनकी गायन शैली, उनकी गायकी अद्भुत, मैजिकल, फेबुलस, मेलोडियस। मैं आपको उस शख्स के बारे में, उस पर्सनैलिटी के बारे में बताना चाहूँगा जिन्हें हम सब बड़े प्यार से गुरु जी के नाम से, जो हमारे गुरु ही नहीं हमारे पिता समान, इंडियन क्लासिकल म्यूजिक में जो चंद गायक हुए हैं, he was one of them. He was really a very good person and amazing सिंगर, बहुत ही बेहतरीन पंजाब घराना, पंजाब से जालंधर से, हमारे बहुत ही प्रिय, बहुत हरमन प्यारे। ਅਸੀਂ ਸਾਰੇ ਉਹਨਾਂ ਨੂੰ ਬਹੁਤ ਮਿਸ ਕਰਾਂਗੇ। ਐਂਡ ਆਈ ਮਸਟ ਸੇ ਥੈਂਕਸ ਟੂ ਗੁਰੂ ਸਾਹਿਬ, ਸ਼੍ਰੀਮਾਨ ਨਾਰੰਗ ਸਾਹਿਬ। They have left many of his suggestions to us, many of his good educational things with us. He will always remain as gyan, as knowledge with us. मैं संगीत जगत की तरफ से आपको सादर प्रणाम करता हूँ। नमस्ते। परमात्मा वाहिगुरु तानू हमेशा जिथे भी तुसी परम पिता परमात्मा दे उस्ताद नारंग साहब, प्रोफैसर
ਨਿਰੰਗ ਸਾਹਿਬ, ਉਹਨਾਂ ਦੇ ਸ਼ਾਗਿਰਦਾਂ ਦੇ ਵਿੱਚੋਂ ਜਿਸ ਸ਼ਖਸ ਨੇ ਸ਼ਰਧਾਂਜਲੀ ਭੇਂਟ ਕੀਤੀ ਹੈ ਉਹ ਵੀ ਇੱਕ ਸੀ। ਭਾਰਤ ਵਿੱਚ ਉਹਨਾਂ ਦੇ ਸ਼ਾਗਿਰਦ ਬੇਸ਼ੱਕ ਬੇਸ਼ੁਮਾਰ ਸੀ, ਲੇਕਿਨ ਕੁਛ ਨਾ ਖਾਸ ਜ਼ਿਕਰਯੋਗ ਹਨ। ਜਿੱਦਾਂ ਸੁਖਵਿੰਦਰ ਸਿੰਘ, ਜਿਨ੍ਹਾਂ ਦਾ ਤੁਸੀਂ ਹੁਣੀ ਕਲਿੱਪ ਦੇਖਿਆ, ਹੰਸਰਾਜ ਹੰਸ ਜੀ, ਜਸਵੀਰ ਜੱਸੀ ਤੇ ਆਪਣੇ ਚੀਮਾ ਸਾਹਿਬ, ਤੇ ਇਹ ਹੋਰ ਵੀ ਬਹੁਤ ਸਾਰੇ ਨਾ ਇੰਗਲੈਂਡ ਵਿੱਚ ਜਿਵੇਂ ਸ਼ਿੰਦਾ ਜੀ ਹੋਏ, ਸਫਰੀ ਸਾਹਿਬ ਹੋਏ, ਸ਼ੀਨ ਸਾਹਿਬ ਹੋਏ, ਸਾਰੇ ਹੀ ਗੁਰੂ ਜੀ ਤੋਂ ਸਿੱਖਿਆ ਲੈਂਦੇ। ਆਓ ਆਪਾਂ ਹੁਣ ਕਾਲ ਦੇਖਦੇ। ਹੈਲੋ ਜੀ, ਕੌਣ ਤੇ ਕਿੱਥੋਂ? ਸਵਾਗਤ ਹੈ ਥੋੜ੍ਹਾ ਜਿਹਾ ਬਹੁਤ। ਹੈਲੋ ਜੀ, ਮਹੀਰ ਜੀ, ਹਰੀ ਜੀ, ਜੈ ਗੁਰਦੇਵ। ਜੈ ਗੁਰਦੇਵ ਜੀ। ਹਾਂਜੀ, ਮੈਂ ਹਰਬੰਸ ਲਾਲ ਬੋਲ ਰਿਹਾ ਸਾਲ ਤੋਂ। ਹਾਂਜੀ ਹਰਬੰਸ ਲਾਲ ਜੀ। ਹਾਂਜੀ, ਤੇ ਮੈਂ ਆਪਣੇ ਪ੍ਰੋਫੈਸਰ ਨਾਰੰਗ ਜੀ ਦੇ ਬੜੇ ਦੁਖਾਂਤ ਦਿਹਾੜੇ ਤੇ ਉਹਨਾਂ ਦੀ ਮੌਤ ਤੇ ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰਨਾ ਚਾਹੁੰਦਾ। ਤੇ ਬੜੇ ਉੱਘੇ ਕਲਾਸੀਕਲ ਸੰਗੀਤਕਾਰ ਸੀ ਉਹ, ਤੇ ਮੈਂ ਉਹਨਾਂ ਨੂੰ 1-2 ਵਾਰੀ ਸੁਣਿਆ ਤੇ ਬੜਾ ਅਫਸੋਸ ਹੋਇਆ ਸੁਣ ਕੇ ਕਿ ਉਹ ਇਸ ਦੁਨੀਆ 'ਚ ਨਹੀਂ ਰਹੇ। ਮੈਂ ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰਨਾ ਚਾਹੁੰਦਾ। ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਹਰਬੰਸ ਲਾਲ ਜੀ। ਕੁਛ ਮੈਨੂੰ ਪਹਿਲਾਂ ਮੈਸੇਜ ਆਏ, ਉਹਨਾਂ ਦੇ ਵਿੱਚੋਂ ਇੱਕ ਵਿਸ਼ਾਲ ਮਹੇ, ਉਹ ਗੁਰੂ ਜੀ ਦੇ ਨਿਆਣਾ ਹੁੰਦਾ, ਛੋਟਾ ਹੁੰਦਾ ਗੁਰੂ ਜੀ ਦੇ ਨਾਲ ਕਾਫੀ ਵਿਚਰਦੇ ਸੀਗੇ, ਤੇ ਉਹਨੇ ਵੀ ਮੈਨੂੰ ਫੋਨ ਕਰ ਪਹਿਲਾਂ ਕਹਿੰਦਾ ਕਿ ਵੀ ਮੇਰੇ ਵੱਲੋਂ ਵੀ ਮੈਂਸ਼ਨ ਕਰ ਦਿਓ। ਔਰ ਨਾਰੀ ਸੰਗੀਤ ਪਾਰਟੀ ਦੇ ਗਾਇਕ ਰਾਮ ਕ੍ਰਿਸ਼ਨ ਮਹਿਤਾ ਜੀ। ਹਾਂਜੀ, ਆ ਫੋਟੋ ਗੁਰੂ ਜੀ ਦੀ ਨਾਲ ਅਜੀਤ ਸਿੰਘ ਮਤਲਾਸ਼ੀ ਜੀ, ਬਹੁਤ ਮਹਾਨ ਗੁਰੂ, ਇਹਨਾਂ ਦੇ ਆਪਸ ਵਿੱਚ ਬਹੁਤ ਗਹਿਰੇ ਸੰਬੰਧ ਸਨ। ਮਤਲਾਸ਼ੀ ਅਤੇ ਨਿਰੰਗ ਸਾਹਿਬ, ਇਹਨਾਂ ਨੇ ਇਕੱਠਿਆਂ ਨੇ ਕਿਤਾਬ ਵੀ ਲਿਖੀ ਸੀ, ਇੱਕ ਪੰਜਾਬੀ ਖਿਆਲ ਰਚਨਾਵਲੀ। ਤੇ ਪਿੱਛੇ ਜਿਹੜੇ ਦਸਤਾਰ ਵਾਲੇ ਮੇਰੇ ਵੀਰ ਹਨ, ਹਰਜਿੰਦਰ ਸਿੰਘ ਮਥਾਰੂ ਜੀ, ਤਪਲਿਸਟ, ਜਿਹੜੇ ਕਿ ਬਹੁਤ ਮਸ਼ਹੂਰ ਹਨ। ਔਰ ਨਿਰੰਗ ਸਾਹਿਬ ਉਹਨਾਂ ਨੇ ਬਹੁਤ ਸੁਣਿਆ, ਇਹਨਾਂ ਨੇ ਬਹੁਤ ਜ਼ਬਰਦਸਤ, ਬਹੁਤ ਇਹਨਾਂ ਨੇ ਇਹਨਾਂ ਦਾ ਸਾਥ ਦਿੱਤਾ, ਹਮੇਸ਼ਾ ਸੰਗਤ ਕਰਦੇ ਸੀਗੇ। ਔਰ ਨਾਲ ਉਹਨਾਂ ਦੇ ਇੱਕ ਹੋਰ ਸ਼ਖਸ ਸੀਗੇ, ਸਤੀ ਜੀ ਉਹਨਾਂ ਦਾ ਨਾਂ ਹੈ। ਤੇ ਤੁਸੀਂ, ਹਾਂਜੀ, ਹੈਲੋ, ਸਵਾਗਤ ਹੈ ਜੀ ਤੁਹਾਡਾ। ਹੈਲੋ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਈਵਨਿੰਗ। ਹਾਂਜੀ ਹਾਂਜੀ। ਹੈਲੋ, ਆਮ ਵਿਸ਼ਾਲ ਸਪੀਕਿੰਗ, ਵਿਸ਼ਾਲ ਮਹੇ। ਵਿਸ਼ਾਲ। ਹਾਂਜੀ ਵਿਸ਼ਾਲ ਜੀ, ਵੈਲਕਮ ਜੀ। I was just talking about you. I would like to pay tribute to Ustad Baldev Narang ji. He was a very very good singer. He taught me a lot with his. I was quite humbled to have his blessings at a young age. You know, I've performed with him as well on and off stage, and really privileged to have met him. So how will you remember him? Because remember he used to come to Sursadhana Musical Academy. Yeah. He was only about 4-5 years old then. Yes. You know, I'll always take in consideration of what he's taught in terms of like his bundishes and the way he used to sing and the way he used to approach actually performing, and I'll always have that in the back of my head. And it's a very terrible loss in the music industry. Okay, thank you very much, Vishal, for sparing time to phone in. ਇਸੀ ਵਿਸ਼ਾਲ ਮਹੇ ਜਿਹੜਾ ਕਿ ਬਚਪਨ ਤੋਂ ਹੀ ਗੁਰੂ ਜੀ ਦੀ ਸ਼ਰਨ ਵਿੱਚ ਰਹਿੰਦੇ, ਜਦੋਂ ਵੀ ਆਉਂਦੇ ਸੀ ਇੱਥੇ ਉਹ ਸਾਡੇ ਸਾਰਿਆਂ ਦੇ ਕੋਲ ਆਉਂਦੇ ਸੀਗੇ। ਤੇ ਜਿਹੜੇ ਬੱਚੇ ਸੀਗੇ ਘਰਾਂ ਦੇ, ਉਹ ਸਾਰੇ ਮਿਊਜ਼ਿਕ ਦੇ ਵਿੱਚ ਉਹਨਾਂ ਨੂੰ ਕਨਵਿੰਸ ਕੀਤਾ ਮਿਊਜ਼ਿਕ ਕਰੋ, ਕਿਉਂਕਿ ਸਿਖਾ ਲੈਣ ਦਾ ਉਹਨਾਂ ਕੋਲ ਬਹੁਤ ਇੱਕ ਇੱਦਾਂ ਦਾ ਹੁਨਰ ਸੀ। ਉਹ ਜਿੱਥੇ ਬਹਿੰਦੇ ਸੀ ਸੰਗੀਤ ਦੀ ਗੱਲ ਕਰਦੇ ਸੀ, ਸੰਗੀਤ ਹੀ ਉਹ ਕਰਦੇ ਸੀਗੇ। ਬਿਲਕੁਲ। ਤੇ ਘਰ ਵਿੱਚ ਆ ਕੇ ਕਦੀ ਇੱਦਾਂ ਨਹੀਂ ਕਹਿਣਾ ਮੈਂ ਇੰਡੀਆ ਤੋਂ ਆਇਆ, ਮੇਰੀ ਚਾਹ ਬਣਾਓ, ਉਹਨਾਂ ਚਲੋ ਆਓ ਚੱਲੀਏ, ਚੱਲ ਵੀ ਤੂੰ ਅਦਰਕ ਕੱਟ, ਤੂੰ ਆਹ ਕਰ। ਜਾਣੀ ਕਿਸੇ ਨੂੰ ਉਹ ਬੋਦਰ ਨਹੀਂ ਸੀ ਕਰਦੇ, ਬੜੀ ਮੁਹੱਬਤ ਦੇ ਨਾਲ ਉਹਨਾਂ ਨੇ ਸਾਰਾ ਕੁਛ ਕਰਨਾ। ਤੇ ਅੱਜ ਉਹ ਇੱਥੇ ਹੈ ਨਹੀਂ ਤਾਂ ਅਸੀਂ ਬਹੁਤ ਮਹਿਸੂਸ ਕਰਦੇ ਹਾਂ। ਤੁਸੀਂ ਕੁਛ ਕਰਨਾ? ਜਦੋਂ ਉਹ ਪਹਿਲੀ ਵਾਰੀ ਆਏ ਹੈਗੇ ਆ, ਉਹਨਾਂ ਨੂੰ ਮੈਂ ਪੰਜਾਬੀ ਦਰਪਣ 'ਚ ਇੰਟਰਵਿਊ ਕੀਤਾ। ਠੀਕ। ਫਿਰ ਘਰ ਵਿੱਚ ਮਹਿਫਲ ਵੀ ਲਵਾਈ, ਤੇ ਜਿੰਨੇ ਕੁ ਮੈਨੂੰ ਜਾਣਦੇ ਸੀਗੇ, ਜਿਹੜੇ ਫੈਮਿਲੀ ਸੀਗੀਆਂ, ਕੁਛ ਇਕੱਠੇ ਹੋ ਕੇ ਉਹਨਾਂ ਤੋਂ ਸੁਣਿਆ ਵੀ। ਕਿਉਂਕਿ ਮੇਰਾ ਖਿਆਲ ਅਜੇ ਵੀ ਤੋਂ ਰਿਕਾਰਡਿੰਗ ਰੱਖੀ ਆ ਉਹ ਸਾਂਭ ਕੇ ਮੈਂ। ਠੀਕ। ਤੇ ਇਸ ਕਰਕੇ ਵੀ ਪਿਆਰ ਹੋਇਆ ਲੈ ਵੀ ਉਹਨਾਂ ਦੀ, ਕਿਉਂਕਿ ਮੈਂ ਸਮਝਿਆ ਕਿ ਗਰੀਬ ਪਰਿਵਾਰ 'ਚੋਂ
ਪ੍ਰੋਫੈਸਰ ਬਣਨਾ। ਹੈਲੋ ਜੀ, ਕੌਣ ਤੇ ਕਿੱਥੋਂ ਸਵਾਗਤ ਹੈ? ਆਪਣਾ ਨਾਮ ਆਪਣਾ ਜ਼ਰੂਰ ਦੱਸਿਓ ਪਲੀਜ਼। ਹੈਲੋ ਮਹੇਸ਼ ਸਾਹਿਬ, ਮੈਂ ਕੀਰਤਨ ਚੌਹਾਨ ਬੋਲਦਾ ਬਰਮਿੰਘਮ ਤੋਂ। ਚੌਹਾਨ ਸਾਹਿਬ ਜੀ, ਤੁਹਾਡਾ ਸਵਾਗਤ ਹੈ। ਹਾਂਜੀ ਦੇਖੋ, ਅੱਜ ਆਪ ਪ੍ਰੋਗਰਾਮ ਕਰ ਰਹੇ ਹੋ ਉਸਤਾਦ ਨਰੰਗ ਬਾਰੇ। ਹਾਂਜੀ, ਕਿਉਂਕਿ ਜਿਹੜਾ ਮਿਊਜ਼ਿਕ ਹੈ, ਮਿਊਜ਼ਿਕ ਇੱਕ ਬਹੁਤ ਵੱਡੀ ਚੀਜ਼ ਹੈ। ਕਿਉਂਕਿ ਇਹਦਾ ਕੋਈ ਜਿਹੜਾ ਪੱਧਰ ਕਾਇਮ ਰੱਖਣਾ, ਕਿਉਂਕਿ ਜਿੰਨੇ ਵੀ ਗਾਇਕ ਹੋਏ ਆ ਉਨੀ ਮਤਲਬ ਇਸ ਪਾਸੇ ਧਿਆਨ ਦਿੱਤਾ। ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਜਿਸ ਤਰ੍ਹਾਂ ਹੁਣ ਨਰੰਗ ਬਾਰੇ ਆਪਾਂ ਚਰਚਾ ਕਰ ਰਹੇ ਹਾਂ, ਵੀ ਉਹਨਾਂ ਨੂੰ ਜੀਵਨ ਦੇ ਵਿੱਚ ਬਹੁਤ ਲੋਕ ਆਪਣੇ ਵੱਲ ਨੂੰ ਵੀ ਖਿੱਚਦੇ ਆ, ਇੱਦਾਂ ਕਰੋ ਆਹ ਕਰੋ, ਪਰ ਉਹਨੇ ਹਮੇਸ਼ਾ ਜਿਹੜੀ ਮਤਲਬ ਹੈ ਨਿਰਪੱਖ ਸੋਚ ਤੇ ਪਹਿਰਾ ਦਿੱਤਾ। ਕਿਉਂਕਿ ਬਾਕੀ ਵੀ ਤੁਸੀਂ ਦੇਖੋ ਵੀ ਜਿਹੜੇ ਸੰਗੀਤਕਾਰ ਹੋਏ ਆ ਉਹ ਪੈਸੇ ਵੱਲ ਨਹੀਂ ਗਏ, ਉਹਨੇ ਇਸ ਕਲਾ ਦੀ ਜਿਹੜੀ ਹੈ ਨਾ, ਕਲਾ ਨੂੰ ਜਾਣੀ ਜਿੰਦਾ ਰੱਖਿਆ। ਹੁਣ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਪੁਰਾਣੇ ਸਮੇਂ ਤੋਂ ਲਾ ਕੇ ਹੁਣ ਤੱਕ ਜਿੰਨਿਆਂ ਨੇ ਵੀ ਚੰਗਾ ਮਤਲਬ ਸੰਗੀਤ ਤੇ ਪਹਿਰਾ ਦਿੱਤਾ, ਉਹਨਾਂ ਦਾ ਵਿਸ਼ੇਸ਼ ਨਾਂ ਆ ਤੇ ਉਹਨਾਂ ਦਾ ਵੀ ਜਿਹੜਾ ਯੋਗਦਾਨ ਹੈ ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਮੈਂ ਉਹਨਾਂ ਨੂੰ ਬਹੁਤ ਸ਼ਰਧਾਂਜਲੀ ਦਿੰਦਾ। ਹਾਂਜੀ ਹਾਂਜੀ, ਚੌਹਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਔਰ ਸ਼ਰਧਾਂਜਲੀ ਭੇਟ ਕੀਤੀ। ਜਦੋਂ ਵੀ ਉਸਤਾਦ ਜੀ ਸਿਖਾਉਂਦੇ ਸੀ, ਉਹਨਾਂ ਵਿੱਚ ਇੱਕ ਖੂਬੀ ਮੈਂ ਦੇਖੀ ਆ ਉੱਥੇ, ਉਹ ਕੱਲੇ ਬੱਚੇ ਨੂੰ ਕੋਲ ਬੈਠ ਕੇ ਦੱਸਦੇ ਸੀ, ਕਿਉਂਕਿ ਹੀ ਵਾਜ਼ ਰੀਅਲ ਟੀਚਰ। ਰੀਅਲ ਟੀਚਰ, ਬਿਲਕੁਲ ਬਿਲਕੁਲ। ਕਿਉਂਕਿ ਮੈਂ ਬਹੁਤ ਸਾਰੇ ਉਸਤਾਦਾਂ ਦੇ ਕੋਲ ਅਸੀਂ ਗਏ ਹਾਂ ਆਪਣੇ ਟਾਈਮ ਤੇ, ਮਿਹਨਤਾਂ ਕਰਨ ਵਿੱਚ ਸਾਨੂੰ ਕੋਈ ਨਹੀਂ ਸੀ ਦੱਸਦਾ। ਸਪੈਸ਼ਲੀ ਜਦੋਂ ਅਸੀਂ ਮਿਊਜ਼ਿਕ ਵਿੱਚ ਆਏ ਹਾਂ 60 ਦੇ ਵਿੱਚ 70 ਦੇ ਵਿੱਚ, ਬਿਲਕੁਲ ਬਿਲਕੁਲ ਬਿਲਕੁਲ। ਇੱਥੇ ਉਸਤਾਦ ਆਉਂਦੇ ਸੀਗੇ ਤਾਂ ਉਹ ਆਪਣਾ ਕੰਮ ਕਰਕੇ ਤਾਂ ਕਿਸੇ ਨੂੰ ਪੁੱਛਦੇ ਨਹੀਂ ਸੀ, ਪੈਸੇ ਪੂਸੇ ਲੈ ਕੇ ਚਲੇ ਜਾਓ ਤਾਂ ਪੈਸੇ ਦਿਓ, ਬਾਕੀ ਫੀਸ ਇਹਨਾਂ ਦਾ। ਉੱਥੇ ਜਿੱਦਾਂ ਨਾ ਸ਼ੁਰੂ 'ਚ ਮੈਂ ਗੱਲ ਕੀਤੀ ਸੀ ਕਿ ਇਹ ਜਿਹੜੇ, ਹਾਂਜੀ ਹੈਲੋ ਜੀ, ਸਵਾਗਤ ਹੈ ਤੁਹਾਡਾ। ਹੈਲੋ ਜੀ, ਮੈਂ ਕੌਣ ਬੋਲ ਰਿਹਾ ਪੈਂਪਨ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸ਼ਰਧਾਂਜਲੀ ਅਰਪਣ ਕਰਨਾ ਚਾਹੁੰਦਾ ਜੀ ਨਰੰਗ ਸਾਹਿਬ ਹੋਣਾ ਨੂੰ। ਕੌਣ ਬੋਲਦੇ ਜੀ ਤੁਸੀਂ? ਹਾਂਜੀ, ਮੈਂ ਤਰਸੇਮ ਕੌਲ ਬੋਲ ਰਿਹਾ ਜੀ, ਬੁਲਹਮਪਟਨ ਤੋਂ। ਪ੍ਰੇਮ ਕੌਲ, ਬੁਲਹਮਪਟਨ ਤੋਂ। ਡਾਕਟਰ ਸਾਹਿਬ ਹਰੀਸ਼ ਮਲਹੋਤਰਾ ਜੀ। ਹਾਂਜੀ ਹਾਂਜੀ, ਕੀ ਹਾਲ ਹੈ ਕੌਲ ਸਾਹਿਬ? ਹਾਂਜੀ ਠੀਕ ਆ ਜੀ। ਮੈਂ ਨਰੰਗ ਸਾਹਿਬ ਉਹਨਾਂ ਦਾ ਸੁਣ ਕੇ ਬੜਾ ਦੁੱਖ ਹੋਇਆ ਜੀ। ਮੈਂ ਬਹੁਤ ਪਹਿਲਾਂ, ਮੇਰਾ ਖਿਆਲ 73 74 ਦੀ ਗੱਲ ਹੈ ਜੀ। ਗੱਲ ਨਾ ਆਪਣੇ ਕਮੈਂਟ ਲਗੇ 5 ਸਿਰਫ ਸ਼ੋਰਟ ਰੱਖਿਓ ਪਲੀਜ਼। ਅੱਛਾ, ਬਸ ਮੈਂ ਸ਼ਰਧਾਂਜਲੀ ਦੇਣਾ ਚਾਹੁੰਦਾ ਕਿ ਮੈਂ ਉਹਨਾਂ ਨੂੰ 73 74 ਵਿੱਚ ਪਹਿਲਾਂ ਜਦੋਂ ਇੱਥੇ ਇੰਗਲੈਂਡ 'ਚ ਆਏ ਆ, ਉਹ ਰਾਮ ਪ੍ਰਕਾਸ਼ ਜੱਖੂ ਦੇ ਘਰ ਆਏ ਸੀ ਔਰ ਉਹਨਾਂ ਦੇ ਉਹ ਕਲਾਸ ਫੈਲੋ ਸੀਗੇ। ਮੈਂ ਉਦੋਂ ਤੋਂ ਉਹਨਾਂ ਨੂੰ ਜਾਣਦਾ ਸੀ, ਤਾਂ ਮੈਨੂੰ ਬੜਾ ਦੁੱਖ ਹੋਇਆ। ਮੈਂ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦਾ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਤਰਸੇਮ ਕੌਰ ਬੁਲਹਮਪਟਨ ਤੋਂ ਮੇਰੇ ਕਲਾਸ ਫੈਲੋ ਯਾਰ, ਮੈਂ ਕਹਿਣ ਲੱਗਾ ਸੀ। ਹਾਂ, ਇਹ ਉਹਨਾਂ ਦੇ ਨਾ ਇੱਕ ਰਿਸ਼ਤੇਦਾਰ ਉਹ ਨਰੰਗ ਸਾਹਿਬ ਦੇ ਕਲਾਸ ਫੈਲੋ ਸੀ। ਅੱਛਾ ਜੀ। ਤੇ ਤਰਸੇਮ ਕੌਰ ਜੀ ਤੁਹਾਡੇ ਕਲਾਸ ਫੈਲੋ ਆ, ਇਕੱਠੇ ਪੜ੍ਹੇ ਅਸੀਂ 6ਵੀਂ 7ਵੀਂ 8ਵੀਂ। ਕੀ ਬਾਤ ਹੈ, ਕਲਿੱਪ ਦੇਖ ਕੇ ਮੈਂ ਆਪ ਸੰਗੀਤ ਵਿੱਚ ਖੁੱਭ ਗਿਆ। ਕਿਆ ਬਾਤ, ਇਹੋ ਜਿਹੇ ਉਸਤਾਦ ਬਿਲਕੁਲ ਨਹੀਂ ਹੋਣੇ। ਉਹ ਛੋਟੇ ਹੁੰਦੇ ਹੀ ਗਾਉਂਦੇ ਰਿਹਾ, ਕਿਉਂਕਿ ਜਦੋਂ ਮੈਂ ਇੰਟਰਵਿਊ ਕੀਤਾ ਮੈਨੂੰ ਕਹਿੰਦੇ ਲੈ ਵੀ ਮੈਂ ਵੀ ਲੋਕਾਂ ਨੂੰ ਪਤਾ ਨਾ ਲੱਗੇ ਤਾਂ ਖੂਹ ਵਿੱਚ ਯਾਨੀ ਕਿ ਇੱਦਾਂ ਮੂੰਹ ਇੱਦਾਂ ਕਰਕੇ ਹੈ ਨਾ, ਤੇ ਫਿਰ ਕਹਿੰਦਾ ਉਹਦੇ ਵਿੱਚ ਗਾਇਆ ਕਰਨਾ। ਗੁਰੂ ਜੀ ਨੇ ਇੱਕ ਗੱਲ ਇੰਟਰਵਿਊ ਵਿੱਚ ਦੱਸੀ ਸੀ, ਉਹ ਕਹਿੰਦੇ ਕਿ ਜਿਸ ਵੇਲੇ ਮੈਂ ਛੋਟਾ ਸੀਗਾ, ਹਾਂ ਇਹ ਛੋਟੇ ਹੁੰਦੇ ਦੀ ਮੈਂ ਵੀ ਗੱਲ ਕਰ ਰਿਹਾ, ਉਹ ਕਹਿੰਦੇ ਕਿ ਨਕੋਦਰ ਇੱਕ ਮੇਲਾ ਲੱਗਦਾ ਸੀ ਕਿਸੇ ਡੇਰੇ ਤੇ, ਕਿਸੇ ਮਜ਼ਾਰ ਤੇ। ਹਾਂਜੀ ਹਾਂਜੀ, ਕਹਿੰਦੇ ਮੇਰੇ ਭਰਾ ਨੇ ਉੱਥੇ ਗਿਆ ਤਾਂ ਉਹਨੂੰ ਲੋਕਾਂ ਨੇ ਹਾਰ ਨਾ ਲੱਦਿਆ, ਉਹਦੇ ਹਾਰ ਬਹੁਤ ਪਏ। ਕਹਿੰਦਾ ਮੈਂ ਘਰ ਆ ਕੇ ਰੋਣ ਲੱਗ ਪਿਆ, ਮੇਰੇ ਨਹੀਂ ਹਾਰ ਪਏ। ਤਾਂ ਕਹਿੰਦੇ ਵੀ ਜਿਹੜੀ ਮੇਰੀ ਮੰਮੀ ਸੀ ਉਹ ਕਹਿੰਦੀ ਕਿ ਵੀ ਜਦੋਂ ਤੂੰ ਗਾਉਣ ਲੱਗੂਗਾ ਨਾ ਫਿਰ ਤੇਰੇ ਵੀ ਪੈਣਗੇ ਹਾਰ। ਤੇ ਕਹਿੰਦਾ ਵੀ ਉਹ ਮੇਰੀ ਮਾਂ ਦਾ ਆਸ਼ੀਰਵਾਦ ਆ, ਮੈਂ ਜਿਹੜਾ ਲੋਕਾਂ ਨੇ ਮੈਨੂੰ ਸਹਿਲਾਇਆ। ਹੈਲੋ ਜੀ, ਸਵਾਗਤ ਹੈ ਤੁਹਾਡਾ। ਕੌਣ ਤੇ ਕਿੱਥੋਂ ਬੋਲਦੇ ਜੀ? ਹੈਲੋ ਹਾਂਜੀ ਭਾਜੀ, ਧਰਮ ਭਾਜੀ ਜੀ। ਮੈਂ ਹਾਂਜੀ ਸ਼ਿਨ ਜੀ, ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਕੀ ਕਹਿਣਾ ਚਾਹੁੰਦੇ? ਹਾਂਜੀ ਮੈਂ ਜੀ ਆਪਣੇ ਉਸਤਾਦ ਪ੍ਰੋਫੈਸਰ ਨਾਰੰਗ ਜੀ ਦੇ, ਉਹ ਤੁਹਾਨੂੰ ਪਤਾ ਹੀ ਆ ਕੁਝ ਦਿਨ ਪਹਿਲਾਂ ਹਾਂਜੀ ਆਪਾਂ ਤੋਂ ਵਿਛੜ ਗਏ। ਆਪਾਂ ਉਹਨਾਂ ਤੋਂ ਬਗੈਰ ਕਿੱਦਾਂ ਉਹ ਰੌਣਕਾਂ ਲਾਉਂਦੇ ਹੁੰਦੇ ਸੀ ਆਪਸ ਵਿੱਚ, ਆਪਾਂ ਕਿੱਦਾਂ ਮਹਿਸੂਸ ਕਰਦੇ ਹਾਂ ਜੀ? ਉਹਨਾਂ ਤੋਂ ਬਗੈਰ ਤਾਂ ਜੀ ਇੱਦਾਂ ਹੀ ਆ ਜਿੱਦਾਂ ਕਿ ਮੈਂ ਉਹਨਾਂ ਦਾ ਸਟੂਡੈਂਟ ਸੀ, ਉਹਨਾਂ ਦਾ ਸ਼ਾਗਿਰਦ ਸੀ।
ਤੇ ਮੈਨੂੰ ਤਾਂ ਇਦਾਂ ਲੱਗਦਾ ਹੈ ਕਿ ਜਿੱਦਾਂ ਮੈਂ ਅੱਜ ਯਤੀਮ ਹੋ ਗਿਆ, ਅਨਾਥ ਹੋ ਗਿਆ, ਜਿੱਦਾਂ ਮੇਰੇ ਸਿਰ ਤੋਂ ਮੇਰਾ ਸਾਇਆ ਉੱਠ ਗਿਆ ਇੱਕ ਕਿਸਮ ਦਾ, ਕਿਉਂਕਿ ਉਸਤਾਦ ਜਿਹੜਾ ਹੁੰਦਾ ਹੈਗਾ ਜੀ ਉਹ ਮਾਪਾ ਹੀ ਹੁੰਦਾ, ਮਾਪਾ ਹੀ ਹੁੰਦਾ ਜੀ ਸਾਡੇ ਵਾਸਤੇ। ਗੁਰੂ ਸਾਡੇ ਗੁਰੂ ਸੀਗੇ, ਉਹ ਸਾਡੇ ਗੁਰੂ ਸੀ। ਸਾਨੂੰ ਮਿਊਜ਼ਿਕ ਵਿੱਚ ਸਿਖਾਉਣ ਵਾਲੇ, ਪਾਉਣ ਵਾਲੇ, ਸਾਨੂੰ ਮਿਊਜ਼ਿਕ ਤੋਂ ਇਲਾਵਾ ਵੀ ਜ਼ਿੰਦਗੀ ਦਾ ਰਸਤਾ, ਚੱਲਣ ਦਾ ਰਾਹ, ਕਿੱਦਾਂ ਜ਼ਿੰਦਗੀ ਨੂੰ ਕਿੱਦਾਂ ਨਿਭਾਈਦਾ ਮਿਊਜ਼ਿਕ ਦੇ ਜ਼ਰੀਏ, ਕਿਸ ਤਰ੍ਹਾਂ ਤੁਸੀਂ ਇਸ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ ਮਿਊਜ਼ਿਕ ਦੇ ਜ਼ਰੀਏ। ਇਹ ਚੀਜ਼ਾਂ ਇਹਨਾਂ ਨੇ ਸਾਨੂੰ ਸਿਖਾਈਆਂ। ਇਹ ਇੱਕ ਬੰਦਗੀ ਹੁੰਦੀ ਆ ਭਾਜੀ, ਤੁਹਾਨੂੰ ਪਤਾ ਹੀ ਆ। ਸੰਗੀਤ ਇੱਕ ਬੰਦਗੀ ਹੁੰਦੀ, ਔਰ ਉਹ ਸਾਡੇ ਗੁਰੂ ਸੀ, ਉਹਨਾਂ ਨੇ ਸਾਨੂੰ ਸੰਗੀਤ ਦੀ ਬੰਦਗੀ ਸਿਖਾਈ ਹੈਗੀ ਆ। ਸਾਨੂੰ ਸੰਗੀਤ ਦੇ ਜ਼ਰੀਏ ਉਹਨਾਂ ਨੇ ਰੱਬ ਦੇ ਕੋਲ, ਰੱਬ ਦੇ ਲਾਗੇ ਲੈ ਕੇ ਗਏ ਨੇ। ਉਹਨਾਂ ਨੇ ਸਾਨੂੰ ਰੱਬ ਤੱਕ ਪਹੁੰਚਣ ਦਾ ਰਸਤਾ ਦਿਖਾਇਆ ਸੰਗੀਤ ਦੇ ਜ਼ਰੀਏ। ਔਰ ਇਸ ਤਰ੍ਹਾਂ ਦੇ ਜਿਹੜੇ ਗੁਰੂ ਲੋਕ ਹੁੰਦੇ ਨੇ ਜੀ ਭਾਜੀ, ਉਹ ਬੜੀ ਮੁਸ਼ਕਿਲ ਨਾਲ ਮਿਲਦੇ ਨੇ, ਬੜੀ ਮੁਸ਼ਕਿਲ ਨਾਲ ਇਸ ਦੁਨੀਆ 'ਚ ਆਉਂਦੇ ਨੇ, ਔਰ ਬੜੀ ਮੁਸ਼ਕਿਲ ਨਾਲ ਮਿਲਦੇ ਨੇ। ਉਹਨਾਂ ਦਾ ਸਾਇਆ ਸਾਡੇ ਸਿਰ ਤੋਂ ਅੱਜ ਉੱਠ ਗਿਆ, ਤੇ ਬਹੁਤ ਜ਼ਿਆਦਾ ਅਫਸੋਸ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੇਰੇ ਕਿੰਨਾ ਦਰਦ ਮੇਰੇ ਦਿਲ ਸਿੰਘ ਜੀ। ਜਦੋਂ ਉਸਤਾਦ ਜੀ ਇੰਗਲੈਂਡ 'ਚ ਆਉਂਦੇ ਸੀਗੇ, ਉਹਨਾਂ ਨੇ ਰੌਣਕਾਂ ਲਾ ਦੇਣੀਆਂ। ਕਦੀ ਮੈਂ ਸਿੰਧ ਕੋਲ ਬੈਠਾ, ਤੁਸੀਂ ਇੱਥੇ ਆ ਜਾਓ, ਜਾਂ ਮੈਂ ਸ਼ਿੰਦੇ ਕੋਲ ਬੈਠਾ, ਜਾਂ ਮੈਂ ਗਰਦਿਆਲ ਕੋਲ ਬੈਠਾ, ਜਾਂ ਮੈਂ ਇਸੇ ਤਰ੍ਹਾਂ ਹੁੰਦਾ ਸੀ ਭਾਜੀ। ਸਾਰਿਆਂ ਨਾਲ ਇਨ ਟੱਚ ਰਹਿੰਦੇ ਸੀ, ਜਾਣੀ ਇੱਦਾਂ ਨਹੀਂ ਸੀ ਵੀ ਇੱਕ ਥਾਂ ਬੈਠ ਕੇ ਵੀ। ਉਹ ਜੀ ਜਿੱਥੇ ਉਹਨਾਂ ਨੇ ਬਹਿ ਜਾਣਾ ਨਾ, ਉੱਥੇ ਆਪਣੇ ਆਪ ਹੀ ਸੰਗੀਤ ਦੀ ਮਹਿਫਿਲ ਬਣ ਜਾਣੀ। ਜਿਹੜੇ ਸਾਜ਼ ਤੁਹਾਡੇ ਪਏ ਸੀ ਨਾ, ਉਹ ਆਪਣੇ ਆਪ, ਜਿੱਦਾਂ ਤੁਸੀਂ ਯਕੀਨ ਮੰਨੋ, ਜਿਹੜੇ ਸਾਜ਼ ਪਏ ਹੁੰਦੇ, ਉਹ ਜਦੋਂ ਉਹਨਾਂ ਨੇ ਕਮਰੇ ਵਿੱਚ ਵੜਨਾ, ਜਿੱਥੇ ਕੋਈ ਸਾਜ਼ ਪਿਆ ਨਾ, ਉਹ ਸਾਜ਼ ਆਪਣੇ ਆਪ ਹੀ ਵੱਜਣ ਲੱਗ ਪੈਂਦਾ ਸੀ। ਉਹ ਸਾਜ਼ ਦੀ ਆਵਾਜ਼ ਆਪਣੇ ਆਪ ਹੀ ਗੂੰਜਣ ਲੱਗ ਪੈਂਦੀ ਸੀਗੀ। ਉਹ ਉਹਨਾਂ ਦੇ ਨਾਲ ਸੰਗੀਤ, ਜਿੱਥੇ ਉਹ ਉਹਨਾਂ ਦੇ ਨਾਲ ਹੀ ਸੰਗੀਤ ਚੱਲਦਾ ਸੀ 24 ਘੰਟੇ, ਤਾਂ ਉਹ ਗੁਨਗੁਨਾਉਂਦੇ ਰਹਿੰਦੇ ਹੁੰਦੇ। ਮੈਨੂੰ ਪਤਾ, ਜਦੋਂ ਮੈਂ ਉਹਨਾਂ ਨੂੰ ਲੈ ਕੇ ਆਉਣਾ, ਗੁਰੂ ਜੀ ਨੇ ਜਦ ਇੱਥੇ UK 'ਚ ਆਉਣਾ, ਤੇ ਇੰਨੇ ਉਹਨਾਂ ਦੇ ਸਟੂਡੈਂਟ ਆ, ਮਸੀ ਤਾਂ ਸਾਡੀ ਵਾਰੀ ਆਉਂਦੀ ਸੀ ਭਾਜੀ ਕਿ ਅੱਜ ਦੇ ਦਿਨ ਗੁਰੂ ਜੀ ਨੂੰ ਮੈਂ ਲੈ ਕੇ ਜਾਣਾ। ਕਿਸੇ ਹੋਰ ਸਟੂਡੈਂਟ ਨੇ ਕਹਿੰਦੇ ਅੱਜ ਦੇ ਦਿਨ ਮੈਂ ਲੈ ਕੇ ਜਾਣਾ, ਮਸੀ ਉਹਨਾਂ ਦੀ ਵਾਰੀ ਮਿਲਣੀ ਜਦੋਂ ਉਹਨਾਂ ਨੂੰ ਲੈ ਕੇ ਆਉਣਾ। ਤੇ ਉਹਨਾਂ ਨੇ ਹਮੇਸ਼ਾ ਗੁਨਗੁਨਾਉਂਦੇ ਹੀ ਰਹਿਣਾ, ਗੱਡੀ ਵਿੱਚ ਜਦੋਂ ਬੈਠਣਾ ਮੇਰੇ ਨਾਲ, ਮੇਰੇ ਘਰ ਤੱਕ ਉਹਨਾਂ ਨੂੰ ਗੁਨਗੁਨਾਉਂਦੇ ਰਹਿਣਾ, ਕੁਝ ਚੱਲਦਾ ਹੀ ਰਹਿਣਾ, ਕੋਈ ਰਾਗ ਗਾਣਾ ਚੱਲਦਾ ਹੀ ਰਹਿਣਾ, ਉਹਨਾਂ ਨੇ ਮੈਨੂੰ ਕੁਝ ਸੁਣਾਉਂਦੇ ਰਹਿਣਾ। ਕਿਉਂਕਿ ਪਤਾ ਇਹ ਹੁਣ ਸਿੰਦਰ ਤਾਂ ਗਾ ਨਹੀਂ ਸਕਦਾ, ਗੱਡੀ ਚਲਾ ਰਿਹਾ, ਤੇ ਉਹਨਾਂ ਨੇ ਆਪਣੇ ਆਪ ਹੀ ਗੁਨਗੁਨਾਉਂਦੇ ਰਹਿਣਾ, ਨਾਲੇ ਮੈਨੂੰ ਨਾਲੋਂ ਨਾਲ ਗੱਲਾਂ 'ਚ ਸਮਝਾਉਂਦੇ ਰਹਿਣਾ ਵੀ ਆਹ ਰਾਗ ਏਦਾਂ, ਇਹਦੀ ਆਹ ਦੇਖੋ ਜੀ, ਆਹ ਕਿੰਨੀ ਸੋਹਣੀ ਬੰਦਿਸ਼ ਆ, ਦੇਖੋ ਜੀ ਆਹ ਕਿਸ ਤਰ੍ਹਾਂ ਦੇ ਸ਼ਾਇਰ ਨੇ ਕੀ ਚੀਜ਼ ਲਿਖੀ ਹੈਗੀ ਆ। ਤੇ ਇਸ ਤਰ੍ਹਾਂ ਉਹਨਾਂ ਸਮਝਾਉਂਦੇ ਰਹਿਣਾ। ਫਿਰ ਇੱਥੇ ਜਦੋਂ ਘਰ ਆ ਜਾਣਾ, ਤਾਂ ਫਿਰ ਤਾਂ ਬਸ ਜੀ ਕਿਆ ਬਾਤ ਹੈ। ਉਹ ਨਾਲੇ ਗਿਆਨ ਦਾ ਭੰਡਾਰ ਸੀਗੇ ਜੀ ਉਹ। ਕਿਆ ਬਾਤ ਹੈ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ। ਵੰਡਣ ਤੋਂ ਬਿਨਾਂ ਰੁਕਦੇ ਨਹੀਂ ਸੀਗੇ ਉਹ ਮੈਨੂੰ ਹਮੇਸ਼ਾ ਕਹਿੰਦੇ ਸੀ, ਸ਼ਿਨ ਲੈ ਲਾ, ਜਿੰਨਾ ਲੈ ਸਕਦਾ ਤੂੰ ਲੈ ਲਾ ਮੇਰੇ ਕੋਲੋਂ। ਹਾਂਜੀ, ਉਹ ਸਾਰਿਆਂ ਨੂੰ ਇਹੀ ਕਹਿੰਦੇ ਸੀ, ਮੈਂ ਕੋਲ ਬੈਠਾ, ਤੁਸੀਂ ਕਰੋ, ਆਹ ਕਰ ਲਓ, ਮੈਂ ਆਹ। ਹਾਂ ਸਿੰਘ ਜੀ, ਤੁਹਾਡਾ ਬਹੁਤ ਥੈਂਕ ਯੂ ਤੁਹਾਡਾ ਜੀ ਸਿੰਘ ਜੀ। ਬਲਕਿ ਜਿੰਨੇ ਵੀ ਸਾਡੇ ਕੋਲ ਸਾਰਿਆਂ ਦਾ ਸ਼ੋਰਟ ਵਿੱਚ ਆਪਣੀ ਗੱਲ ਕੰਪਲੀਟ। ਬਸ ਇੱਕੋ ਹੀ ਕਿ ਗੱਲ, ਮੈਂ ਇਸ ਚੀਜ਼ ਦਾ ਮੈਨੂੰ ਬੜਾ ਮਾਣ ਹੈ ਵੀ ਇਹੋ ਜਿਹੀ ਗਰੀਬੀ ਦੇ ਹਾਲਤ ਵਿੱਚੋਂ ਤੇ ਇਹੋ ਜਿਹੀ ਡਾਊਨ ਟ੍ਰੋਡਨ ਫੈਮਿਲੀਜ਼ ਦੇ ਵਿੱਚੋਂ ਯਾਨੀ ਕਿ ਪ੍ਰੋਫੈਸਰ ਬਣਨਾ, ਇਹ ਬਹੁਤ ਵੱਡਾ ਅਚੀਵਮੈਂਟ ਹੈ। ਤੇ ਖਾਸ ਕਰਕੇ ਸੰਗੀਤ ਦੇ ਵਿੱਚ ਐਡਾ ਵੱਡਾ ਨਾਂ ਯਾਨੀ ਕਿ ਹੋਣਾ, ਦੇਸ਼ਾਂ ਵਿਦੇਸ਼ਾਂ ਵਿੱਚ ਯਾਨੀ ਕਿ ਐਡਾ ਵੱਡਾ ਨਾਂ ਹੋਣਾ। ਇੰਨੇ ਉਹਨਾਂ ਦੇ ਜਿਹੜੇ ਸੀਗੇ ਡਿਸਾਈਪਲ ਸੀ, ਚੇਲੇ ਸੀਗੇ। ਤੇ ਫਿਰ ਜਿਹੜਾ ਹਰਬਲਬ ਦੇ ਮੇਲੇ 'ਤੇ ਯਾਨੀ ਕਿਹੜਾ ਉਹਨਾਂ ਬੱਚਿਆਂ ਨੂੰ ਤਿਆਰ ਕਰਨਾ, ਪਹਿਲੀ ਵਾਰੀ ਭੇਜਣਾ, ਮੇਰੇ ਸਾਰੇ ਬਹੁਤ ਵੱਡੀ ਅਚੀਵਮੈਂਟ ਹੈ। ਹਰਬਲਬ ਦਾ ਮੇਲਾ ਤੁਹਾਨੂੰ ਪਤਾ ਹੀ ਆ, ਉਹ ਆਪਣੇ ਸਾਰੇ ਨੈਸ਼ਨਲੀ ਯਾਨੀ ਕਿ ਰੈਕਗਨਾਈਜ਼ਡ ਹੈ। ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਨਾਲ ਹੀ ਮੈਂ ਤੁਹਾਡੇ ਕੋਲ ਮਾਫੀ ਮੰਗਦਾ, ਨਹੀਂ ਆਪਾਂ ਇਹ ਜ਼ਰੂਰੀ ਸੀਗਾ, ਕਿਉਂਕਿ ਜਿਹੜੀ ਅੱਜ ਆਪਾਂ ਸ਼ਰਧਾਂਜਲੀ ਉਹਨਾਂ ਨੂੰ ਪੇਸ਼ ਕੀਤੀ ਆ, ਬਿਲਕੁਲ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਇੱਕ ਛੋਟੀ ਜਿਹੀ ਭੇਂਟ ਦੇ ਤੌਰ 'ਤੇ ਕਰਾਂ। ਇਹਦੇ ਵਿੱਚ ਕੁਝ ਆਰਟਿਸਟਾਂ ਨੇ ਮੇਰੀ ਹੈਲਪ ਕੀਤੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਬਾਕੀ ਸਾਰਿਆਂ ਦਾ ਧੰਨਵਾਦ। ਨਿਰੰਗ ਸਾਹਿਬ ਬਾਰੇ ਬਹੁਤ ਕੁਛ ਕਹਿਣ ਨੂੰ ਸੀਗਾ, ਮੈਂ ਕਿੰਨਾ ਕੁਛ ਲੈ ਕੇ ਲਿਆਇਆ ਸੀ, ਕਿਉਂਕਿ ਜਿਹੜੇ ਸਾਡੇ ਕਾਲਰ ਸੀਗੇ ਉਹ ਤਕਰੀਬਨ ਸਾਰੇ ਹੀ ਨਿਰੰਗ ਸਾਹਿਬ ਦੀ ਸ਼ਰਨ ਵਿੱਚ ਬੈਠ ਚੁੱਕੇ ਸਨ, ਸਾਰੇ ਹੀ ਉਹਨਾਂ ਦੇ ਸ਼ਿਸ਼ ਸਨ, ਉਹਨਾਂ ਕੋਲ ਸਿੱਖਦੇ ਸਨ, ਇਸ ਕਰਕੇ ਉਹਨਾਂ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਸੀ। ਤੇ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਇਸ ਟ੍ਰਿਬਿਊਟ ਨੂੰ ਆਪਣੇ ਮਨ 'ਚ ਰੱਖੋਗੇ, ਔਰ ਫੀਡਬੈਕ ਤਾਂ ਅਸੀਂ ਆਮ ਤੌਰ 'ਤੇ ਹਮੇਸ਼ਾ ਫੀਡਬੈਕ ਦਿਆ ਕਰੋ ਤੁਸੀਂ। ਤੇ ਮੈਂ ਕਾਂਸ਼ੀਟੀ ਦਾ ਵੀ ਬਹੁਤ ਧੰਨਵਾਦ ਕਰਦਾ, ਸਾਰੇ ਸਟਾਫ ਦਾ ਧੰਨਵਾਦ ਕਰਦਾ, ਉਹਨਾਂ ਨੇ ਅੱਜ ਇਹ ਕੀਤਾ। ਹਾਲਾਂਕਿ ਪ੍ਰੋਮਟ ਸਾਡੇ ਹੋਰ ਤਰ੍ਹਾਂ ਦੇ ਹੁੰਦੇ, ਲੇਕਿਨ ਇਹ ਵੀ ਬਹੁਤ ਜ਼ਰੂਰੀ ਸੀਗਾ। ਮੈਂ ਆਪਣੇ ਵੱਲੋਂ ਔਰ ਡਾਕਟਰ ਸਾਹਿਬ ਵੱਲੋਂ ਔਰ ਪੂਰੇ ਸਟਾਫ ਵੱਲੋਂ ਨਿਰੰਗ ਸਾਹਿਬ ਨੂੰ ਦਿਲੀ ਟ੍ਰਿਬਿਊਟ ਪੇਸ਼ ਕਰਦਾ। ਆਸ ਕਰਦਾ ਹਾਂ ਕਿ ਵੀ ਉਹ ਜਿੱਥੇ ਵੀ ਜਿਸ ਹਾਲਤ ਹੋਣਗੇ ਉਹ ਖੁਸ਼ ਰਹਿਣ, ਤੇ ਬਸ ਅਸੀਂ ਉਹਨਾਂ ਨੂੰ ਜ਼ਰੂਰ ਮਿਸ ਕਰਾਂਗੇ।
बाकी मैं थोनों इत्थे ही अलविदा कहना हाँ, मिलांगे अगले हफ्ते। कोशिश की अगर थोनों चंगी लगी तो जरूर फोन करके फीडबैक दिओ। मैं सारे का बहुत बहुत धन्यवाद करदा। मिलांगे अगले हफ्ते। जय भीम, जय गुरुदेव, नमो बुद्धाय।